जाको दया मया विधाता। एक आवन फिर जोन न आया, नानक हर कै दर्श समाया। तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। सुकाओ होटल गुर सेवि, आहनस सहज दर्शन परसिया। गुरु के जन्म मरण दुख जाए, सिफत कसम नूर अरसों कुरसों चटिया। डिठे सच्चे पातशाह माल जन्म जन्म दी कटिया। डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। देव गंधारी पंजवा, सर्व सुखा गुर चरना। कलमल डारन मन सधारन, एह आसर मोहे तरना। रहाओ पूजा अर्चा सेवा बंदन, यह टहल मोहे करना। बिगसा मन होवे परगासा, बोरना घर बै परना। सर्व सुखा गुर चरना। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਮਿਲੇ ਹੋਏ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਆਪ ਸੰਗਤਾਂ ਨੇ ਸਫਲਾ ਬਣਾਇਆ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਸਤ ਸੰਗਤ ਦੀਆਂ ਮਹਾਨ ਦਾਤਾਂ ਬਖਸ਼ਿਸ਼ ਕਰਕੇ ਸਾਨੂੰ ਨਿਵਾਜਿਆ ਹੋਇਆ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਆਪਾਂ ਹਰ ਰੋਜ਼ ਲੜੀਵਾਰ ਸਰਵਣ ਕਰਦੇ ਹਾਂ। ਸੋ ਆਓ ਕੁਝ ਸਮੇਂ ਵਾਸਤੇ ਆਪਣੇ ਧਿਆਨ ਨੂੰ ਟਿਕਾ ਲਈਏ ਗੁਰੂ ਚਰਨਾਂ ਦੇ ਵਿੱਚ। ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅਗੰਮੀ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਪੰਜਵਾ, ਸਰਬ ਸੁਖਾਂ ਗੁਰ ਚਰਣਾ। ਦੇਵ ਗੰਧਾਰੀ ਰਾਗ ਦਾ ਨਾਮ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸ਼ਬਦ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਸਰਬ ਸੁਖਾ, ਜਿੰਨੇ ਦੁਨੀਆ ਦੇ ਤਮਾਮ ਸੁੱਖ ਨੇ, ਜਿਹੜਾ ਵੀ ਸੁੱਖ ਤੂੰ ਚਾਹੁੰਦਾ ਹੈ ਉਹ ਤੈਨੂੰ ਕਿੱਥੋਂ ਮਿਲੇਗਾ? ਗੁਰ ਚਰਨਾ, ਗੁਰੂ ਦੇ ਚਰਨਾਂ ਦੇ ਨਾਲ ਲੱਗਣ ਕਰਕੇ। ਦੁਨੀਆ ਦੇ ਤਮਾਮ ਸੁੱਖਾਂ ਦੀ ਇੱਛਾ ਤੇ ਰੱਖਦਾ ਹੈ ਵੀ ਮੈਂ ਸੁੱਖਾਂ ਦੇ ਸਹਿਤ ਹੋ ਜਾਵਾਂ, ਪਰ ਜੇ ਸੁੱਖਾਂ ਦੇ ਸਹਿਤ ਹੋਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਗੁਰੂ ਚਰਨਾਂ ਦੇ ਨਾਲ ਜੁੜਨਾ ਪਵੇਗਾ।
ਸਤਿਗੁਰੂ ਐਸੇ ਨੇ ਜਿੱਥੋਂ ਸਾਰੇ ਸੁਖ ਮਿਲ ਜਾਂਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਸ ਹਰੀ ਦਾ ਰੂਪ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ, ਤੇ ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਮੁਰਾਦਾਂ ਨੇ ਉਹ ਪੂਰੀਆਂ ਕਰਦੇ। ਐਸੇ ਨੇ ਜਿਨ੍ਹਾਂ ਦੇ ਦਰ ਤੋਂ ਹਰੇਕ ਵਿਅਕਤੀ ਲੈ ਕੇ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਸਨ, ਤੇ ਇੱਧਰੋਂ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਲਹਿਣਾ ਜੀ ਆਪਣੇ ਨਾਲ ਜਥਾ ਲੈ ਕੇ ਕਿਸੇ ਦੇਵੀ ਦੇ ਦਰਸ਼ਨਾਂ ਨੂੰ ਚੱਲੇ। ਗੁਰੂ ਨਾਨਕ ਸਾਹਿਬ ਜੀਆਂ ਦੀ ਸਿਫਤ ਔਰ ਉਹਨਾਂ ਦੀ ਬਾਣੀ ਭਾਈ ਲਹਿਣਾ ਸਾਹਿਬ ਨੇ ਸੁਣੀ ਸੀ ਭਾਈ ਜੋਧ ਜੀਆਂ ਦੇ ਕੋਲੋਂ। ਗੁਰਬਾਣੀ ਦੇ ਬਚਨ ਮਨ ਨੂੰ ਬੜੇ ਚੰਗੇ ਲੱਗੇ, ਮਨ ਨੂੰ ਟੁੰਬ ਗਏ। ਭਾਈ ਜੋਧ ਜੀ ਨੂੰ ਪੁੱਛਿਆ, ਭਾਈ ਜੋਧ ਇਹ ਸ਼ਬਦ ਕਿਹਦਾ ਪੜ੍ਹਿਆ? ਤੇ ਉਸਨੇ ਦੱਸਿਆ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਤੇ ਇਸ ਵੇਲੇ ਕਰਤਾਰਪੁਰ ਬਿਰਾਜੇ ਨੇ। ਤੇ ਭਾਈ ਲਹਿਣਾ ਜੀਆਂ ਨੇ ਮਨ ਵਿੱਚ ਵਿਚਾਰ ਬਣਾ ਲਈ ਵੀ ਇਸ ਵਾਰੀ ਮੈਂ ਉਹਨਾਂ ਦੇ ਦਰਸ਼ਨ ਕਰਕੇ ਫਿਰ ਅੱਗੇ ਦੇਵੀ ਦੇ ਦਰਸ਼ਨਾਂ ਨੂੰ ਜਾਵਾਂਗਾ। ਤੇ ਜਦੋਂ ਪਹੁੰਚੇ ਕਰਤਾਰਪੁਰ, ਜਥਾ ਲੈ ਕੇ ਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨ ਕੀਤੇ। ਰਾਤ ਦਾ ਪੜਾ ਇੱਥੇ ਕੀਤਾ ਵੀ ਰਾਤ ਇੱਥੇ ਰਵਾਂਗੇ ਤੇ ਅਗਲੇ ਦਿਨ ਇੱਥੋਂ ਅੱਗੇ ਜਾਣਾ ਹੈ। ਜਦੋਂ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਤੇ ਭਾਈ ਸਾਹਿਬ ਭਾਈ ਲਹਿਣਾ ਜੀ ਜਦੋਂ ਉੱਠੇ ਤੇ ਕੀ ਵੇਖਦੇ ਪਏ? ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇੱਕ ਜੋ ਦੇਵੀ ਹੈ ਉਹ ਝਾੜੂ ਫੇਰਦੀ ਪਈ ਹੈ, ਸੇਵਾ ਕਰਦੀ ਪਈ ਹੈ। ਭਾਈ ਲਹਿਣਾ ਸਾਹਿਬ ਜੀ ਨੇ ਪੁੱਛ ਹੀ ਲਿਆ ਵੀ ਤੁਸੀਂ ਕੌਣ ਹੋ ਤੇ ਸੇਵਾ ਕਿਵੇਂ ਕਰ ਰਹੇ ਹੋ? ਤੇ ਉਸ ਦੇਵੀ ਨੇ ਉੱਤਰ ਦਿੱਤਾ, ਕਹਿਣ ਲੱਗੀ, ਭਾਈ ਲਹਿਣਾ ਜੀ, ਜਿਸ ਦੇ ਦਰਸ਼ਨ ਤੁਸੀਂ ਕਰਨ ਵਾਸਤੇ ਚੱਲੇ ਹੋ ਮੈਂ ਉਹੀ ਦੇਵੀ ਹਾਂ। ਇੱਥੇ ਕੀ ਕਰਦੇ ਪਏ ਹੋ? ਪੁੱਛਿਆ ਜਦੋਂ ਸਵਾਲ। ਕਹਿਣ ਲੱਗੇ, ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਕੇ ਇੱਥੋਂ ਮਹਾਰਾਜ ਦੇ ਕੋਲੋਂ ਸੁੱਖ ਮੰਗ ਕੇ ਲੈ ਕੇ ਜਾਂਦੀ ਆ। ਮਹਾਰਾਜ ਆ ਸੁੱਖ ਤੇ ਆ ਵਸਤੂ ਮੈਨੂੰ ਬਖਸ਼ੋ। ਤੇ ਜਦੋਂ ਫਿਰ ਤੁਹਾਡੇ ਵਰਗੇ ਲੋੜਵੰਦ ਮੇਰੇ ਕੋਲ ਆਉਂਦੇ ਨੇ ਉਹ ਸੁੱਖ ਮੈਂ ਫਿਰ ਅੱਗੇ ਵੰਡ ਦਿੰਦੀ ਹਾਂ, ਮੈਂ ਲੈ ਕੇ ਜਾਂਦੀ ਇਹਨਾਂ ਦੇ ਕੋਲੋਂ। ਭਾਈ ਲਹਿਣਾ ਸਾਹਿਬ ਜੀਆਂ ਨੇ ਸੁਣਿਆ ਬਚਨ ਤੇ ਮਨ ਵਿੱਚ ਵਿਚਾਰਦੇ ਨੇ ਵੀ ਇਹ ਗੁਰੂ ਨਾਨਕ ਸਾਹਿਬ ਦੇ ਕੋਲੋਂ ਸੁੱਖ ਲੈ ਕੇ, ਵਸਤੂਆਂ ਲੈ ਕੇ, ਪਦਾਰਥ ਲੈ ਕੇ ਤੇ ਫਿਰ ਜਾ ਕੇ ਅੱਗੇ ਆਪਣੇ ਭਗਤਾਂ ਨੂੰ ਦਿੰਦੀ ਹੈ। ਤੇ ਫਿਰ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਕਰ ਲਵਾਂ, ਫਿਰ ਉੱਥੇ ਜਾਣ ਦੀ ਕੀ ਲੋੜ ਹੈ? ਇਹ ਗੱਲ ਵਿਚਾਰ ਕੇ ਫਿਰ ਭਾਈ ਲਹਿਣਾ ਸਾਹਿਬ ਜੀ ਗਏ ਨਹੀਂ, ਉੱਥੇ ਹੀ ਰਹਿ ਪਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਬਾਕੀ ਦੇ ਜਥੇ ਨੂੰ ਆਖਿਆ ਤੁਸੀਂ ਜਾ ਕੇ ਦਰਸ਼ਨ ਕਰ ਆਓ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਰਬ ਸੁੱਖਾਂ ਗੁਰ ਚਰਨਾ। ਗੁਰੂ ਦੇ ਚਰਨਾਂ ਵਿੱਚ ਇੰਨੇ ਸੁੱਖ ਨੇ ਕਿ ਜਿਹੜੇ ਸੁੱਖਾਂ ਨੂੰ ਵੰਡਣ ਵਾਲੇ ਨੇ ਨਾ, ਅੱਗੇ ਲਿਜਾ ਕੇ ਅੱਗੇ ਲੈ ਕੇ ਸੁੱਖ ਦਿੰਦੇ ਨੇ ਕਿਸੇ ਨੂੰ, ਉਹ ਵੀ ਸੁੱਖ ਗੁਰੂ ਤੋਂ ਆ ਕੇ ਲੈਂਦੇ ਵੀ ਸਾਡੀ ਝੋਲੀ ਵਿੱਚ ਇਹ ਖੈਰ ਪਾ ਦਿਓ ਤਾਂ ਕਿ ਅਸੀਂ ਅੱਗੇ ਸੁੱਖਾਂ ਨੂੰ ਵੰਡ ਸਕੀਏ। ਗੁਰੂ ਪਾਤਸ਼ਾਹ ਜੀ ਸੁੱਖਾਂ ਦੇ ਘਰ ਹਨ, ਜਿਨ੍ਹਾਂ ਦੇ ਕੋਲ ਤਮਾਮ ਸੁੱਖ ਹਨ, ਪਰ ਜਿਹਦੇ ਚਰਨਾਂ ਨਾਲ ਲੱਗੇ ਉਹਨਾਂ ਨੂੰ ਪ੍ਰਾਪਤ ਹੋਏ ਹਨ। ਕਲਮਲ ਡਾਰਨ ਮਨੈ ਸਧਾਰਨ, ਇਹ ਆਸਰ ਮੋਹਿ ਤਰਨਾ। ਕਰਨ ਕਰਦੇ ਕੀ ਨੇ? ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ, ਕਲਮਲ ਡਾਰਨ, ਜਿਹੜੇ ਕਲਯੁਗ ਦੇ ਸਮੂਹ ਪਾਪ ਕੀਤੇ ਨੇ ਉਹਨਾਂ ਪਾਪਾਂ ਨੂੰ ਗੁਰੂ ਡਾਰਨ ਕਹੀਏ, ਦੁੱਖਾਂ ਨੂੰ ਨਾਸ ਕਰਨ ਵਾਲਾ, ਤੋੜਨ ਵਾਲਾ ਹੈ। ਗੁਰੂ ਇੰਨਾ ਸਮਰੱਥ ਹੈ, ਜੇ ਤੂੰ ਸ਼ਰਨ ਵਿੱਚ ਆਏਗਾ ਤੇ ਤੇਰੇ ਕਲਯੁਗ ਦੇ ਵਿੱਚ ਕੀਤੇ ਹੋਏ ਜਿਹੜੇ ਪਾਪ ਨੇ ਗੁਰੂ ਉਹਨਾਂ ਨੂੰ ਤੋੜ ਦੇਵੇਗਾ, ਦੂਰ ਕਰ ਦੇਵੇਗਾ। ਇੱਥੇ ਹੀ ਬਸ ਨਹੀਂ, ਮਨ ਹੈ ਸਧਾਰਨ, ਤੇਰੇ ਮਨ ਨੂੰ ਵੀ ਸਾਥ ਦੇਵੇਗਾ, ਮਨ ਨੂੰ ਵੀ ਸੁਧਾਰ ਦੇਵੇਗਾ। ਕਈ ਵਾਰੀ ਅਸੀਂ ਆਖਦੇ ਮੇਰਾ ਮਨ ਨਹੀਂ ਜੁੜਦਾ, ਮੇਰੇ ਮਨ ਦੇ ਵਿੱਚ ਬੜੇ ਬੜੇ ਮਾੜੇ ਖਿਆਲ ਆਉਂਦੇ ਨੇ, ਮੇਰੇ ਮਨ ਵਿੱਚ ਬੜੇ ਮਾੜੇ ਵਿਚਾਰ ਆਉਂਦੇ ਨੇ। ਜਦੋਂ ਮੈਂ ਬੈਠਦਾ ਮੈਨੂੰ ਮਾੜੇ ਸੁਪਨੇ ਆਉਂਦੇ ਨੇ, ਮਾੜੇ ਫੁਰਨੇ ਆਉਂਦੇ ਨੇ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਗੁਰੂ ਇੰਨਾ ਸਮਰੱਥ ਹੈ। ਗੁਰੂ ਕਿਹਾ, ਸਿੱਖਾ, ਜੇ ਤੂੰ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਵੇਂਗਾ ਨਾ ਤੇ ਮਹਾਰਾਜ ਉਹ ਮਾੜੇ ਫੁਰਨੇ, ਮਾੜੇ ਵਿਚਾਰ, ਮਾੜੇ ਖਿਆਲਾਤ ਤੇ ਮਾੜੇ ਪਾਸੇ ਦੌੜਨ ਵਾਲੇ ਮਨ ਨੂੰ ਕੰਟਰੋਲ ਕਰ ਲੈਣਗੇ, ਸਾਥ ਦੇਣਗੇ, ਸਿੱਧਿਆਂ ਕਰ ਦੇਣਗੇ, ਇਹਦੇ ਵਲਛਲ ਮਨ ਵਿੱਚੋਂ ਕੱਢ ਦੇਣਗੇ। ਕਲਮਲ ਡਾਰਨ ਮਨਹਿ ਸਧਾਰਨ, ਇਹ ਆਸਰ ਮੋਹਿ ਤਰਨਾ।
ਭਾਈ ਅਸੀਂ ਤੇ ਇਹ ਆਸਰਾ ਲਿਆ ਗੁਰੂ ਦਾ ਤੇ ਸੰਸਾਰ ਤੋਂ ਤਰਨ ਦੇ ਸਮਰੱਥ ਹੋਏ ਆ। ਇਸ ਕਰਕੇ ਗੁਰੂ ਕਿਉ ਸਿੱਖੋ, ਤੁਸੀਂ ਵੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਓ। ਗੁਰੂ ਦੇ ਚਰਨ ਕੀ ਨੇ? ਜੋ ਨਾਮ ਹੈ, ਚਿੱਤ ਚਰਨ ਨਾਮ। ਗੁਰੂ ਦੇ ਚਰਨ ਹਨ, ਗੁਰੂ ਦਾ ਨਾਮ, ਗੁਰੂ ਦੀ ਬਾਣੀ। ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਈ ਹੈ ਉਹਨਾਂ ਦੇ ਤਮਾਮ ਜਿਹੜੇ ਪਾਪ ਨੇ ਉਹ ਨਾਸ ਹੋ ਜਾਂਦੇ ਅਤੇ ਮਨ ਉਹਨਾਂ ਦਾ ਸੁਧਰ ਜਾਂਦਾ, ਮਨ ਉਹਨਾਂ ਦਾ ਸਿੱਧਾ ਹੋ ਜਾਂਦਾ ਹੈ। ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਹ ਕਰਨਾ। ਪੂਜਾ ਕਰਨੀ, ਲੋਕ ਕੁਝ ਕੀ ਕਰਦੇ ਨੇ? ਮੂਰਤੀ ਪੂਜਨ ਕਰਦੇ। ਪੂਜਾ ਲੋਕ ਕਰਦੇ ਨੇ, ਕਹਿਣ ਲੱਗੇ ਜਿਹੜੀ ਪੂਜਾ ਕਰਨੀ ਹੈ। ਅਰਚਾ ਤੋਂ ਭਾਵ ਹੁੰਦਾ ਚੰਦਨ ਛਿੜਕਣਾ, ਚੰਦਨ ਲਿਜਾ ਕੇ ਤੇ ਚੰਦਨ ਦਾ ਛਿੜਕਾਓ ਕਰਨਾ ਮੂਰਤੀ ਮੰਦਰ ਦੇ ਉੱਪਰ, ਇਹਨੂੰ ਕਹਿੰਦੇ ਅਰਚਾ ਕੀਤੀ ਹੈ। ਤੇ ਤੀਜਾ ਬਚਨ ਮਹਾਰਾਜ ਜੀਆਂ ਨੇ ਵਰਤਿਆ ਹੈ ਪੂਜਾ, ਅਰਚਾ ਔਰ ਸੇਵਾ। ਕੁਝ ਲੋਕ ਸੇਵਾ ਕਰਦੇ। ਬੰਧਨ ਤੋਂ ਭਾਵ ਹੁੰਦਾ ਨਮਸਕਾਰ ਕਰਨੀ। ਇਹ 4 ਬੱਤਾਂ ਮਹਾਰਾਜ ਨੇ ਲਿਖੀਆਂ, ਪੂਜਾ, ਅਰਚਾ, ਬੰਧਨ, ਸੇਵਾ। ਇਹ ਕਿੱਥੋਂ ਪ੍ਰਾਪਤ ਹੋਣਗੀਆਂ? ਇਹ ਹੈ ਟਹਿਲ ਮੋਹ ਕਰਨਾ। ਜਿਹੜੀ ਮੈਂ ਟਹਿਲ ਕਰਦਾ ਨਾ ਗੁਰੂ ਦੀ ਸੇਵਾ, ਸੇਵਾ ਦੇ ਵਿੱਚ ਹੀ ਪੂਜਾ ਹੈ। ਸੇਵਾ ਕੀਚੈ ਨਾਮ ਧਿਆਈਐ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਨਾਮ ਦਾ ਧਿਆਉਣਾ ਹੀ ਪੂਜਨ ਕਰਨਾ ਹੈ। ਇੱਕ ਪਾਸੇ ਗੁਰੂ ਬਚਨ ਕਰ ਰਿਹਾ, ਸਿੱਖਾ ਇਹ ਕੰਮ ਕਰ, ਨਾਮ ਜਪ। ਤੇ ਸਿੱਖ ਅੱਗੋਂ ਇਹ ਗੱਲ ਕਹਿੰਦਾ ਵੀ ਮੈਂ ਇਹ ਨਾਮ ਨਹੀਂ ਜਪਣਾ, ਮੈਂ ਇਹ ਕੰਮ ਨਹੀਂ ਕਰਨਾ, ਮੈਂ ਤੇ ਪੂਜਾ ਕਰਾਂਗਾ। ਜਦੋਂ ਬਚਨ ਹੀ ਨਹੀਂ ਮੰਨਿਆ ਤੇ ਪੂਜਾ ਦਾ ਕੀ ਲਾਭ ਹੋਇਆ? ਸਭ ਤੋਂ ਵੱਡਾ ਬਚਨ ਸੀ ਗੁਰੂ ਦਾ ਬਚਨ ਮੰਨਣਾ। ਜਿਨ੍ਹਾਂ ਨੇ ਬਚਨ ਮੰਨ ਕੇ ਬੰਦਗੀ ਕੀਤੀ ਹੈ ਉਹਨਾਂ ਨੇ ਪੂਜਾ ਵੀ ਕਰ ਲਈ ਹੈ, ਉਹਨਾਂ ਨੇ ਅਰਚਾ ਕਹੀਏ ਚੰਦਨ ਵੀ ਛਿੜਕ ਲਿਆ ਹੈ, ਉਹਨਾਂ ਨੇ ਬੰਦਨ ਨਮਸਕਾਰ ਵੀ ਕਰ ਲਈ ਹੈ। ਪਰ ਜੇ ਗੁਰੂ ਨੂੰ ਮੱਥਾ ਤੇ ਟੇਕਿਆ ਪਰ ਗੁਰੂ ਦਾ ਬਚਨ ਹੀ ਨਹੀਂ ਮੰਨਿਆ ਤੇ ਉਹ ਮੱਥਾ ਟੇਕਿਆ ਕਿਸ ਕੰਮ ਆਇਆ? ਬੰਦਨਾ ਵੀ ਉਹਨਾਂ ਦੀ ਸਫਲੀ ਹੈ, ਪੂਜਾ ਵੀ ਉਹਨਾਂ ਦੀ ਸਫਲੀ ਹੈ, ਸੇਵਾ ਵੀ ਉਹਨਾਂ ਦੀ ਸਫਲੀ ਹੈ। ਗੁਰੂ ਕਿਆ ਸਿੱਖਾ ਜਿਹਨੇ ਗੁਰੂ ਦਾ ਬਚਨ ਮੰਨਿਆ ਹੈ। ਇਹ ਹੈ ਟਹਿਲ ਕਰਨੀ, ਇਹ ਹੈ ਸੇਵਾ ਕਰਨੀ। ਅਸਲੀ ਸੇਵਾ ਇਹ ਸਫਲੀ ਹੋਈ ਹੈ। ਬਿਕਸਾ ਮਨ ਹੋਵੇ ਪ੍ਰਗਾਸਾ ਭਉ ਨਾ ਗਰਬੈ ਪਰਨਾ। ਇਹਨਾਂ ਨੂੰ ਪ੍ਰਗਾਸਾ ਕਹੀਏ, ਗਿਆਨ ਪ੍ਰਾਪਤ ਹੁੰਦਾ। ਗਿਆਨ ਕੀ ਹੈ? ਬ੍ਰਹਮ ਗਿਆਨ ਦੀ ਦਾਤ ਜਿਨ੍ਹਾਂ ਦੇ ਮਨ ਨੂੰ ਹੋ ਗਈ ਹੈ, ਜਿਨ੍ਹਾਂ ਦੇ ਅੰਦਰੋਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਉਹਨਾਂ ਦਾ ਮਨ ਬਿਕਸੇ ਕਹੀਏ ਖਿੜ ਜਾਂਦਾ ਹੈ, ਮਨ ਪ੍ਰਸੰਨ ਹੋ ਜਾਂਦਾ। ਹੁਣ ਤੇ ਸਾਡਾ ਮਨ ਕਿਸੇ ਪਦਾਰਥ ਨੂੰ ਪਾ ਕੇ ਜੇ ਖੁਸ਼ ਹੁੰਦਾ ਤੇ ਦੂਜੇ ਹੀ ਪਲ ਮਨ ਨਾਰਾਜ਼ ਵੀ ਹੋ ਜਾਂਦਾ, ਉਦਾਸ ਵੀ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨੀ ਮਹਾਂਪੁਰਖ ਐਸੇ ਨੇ, ਜਦੋਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਿਆ, ਮਨ ਪ੍ਰਸੰਨ ਹੋ ਗਿਆ, ਫਿਰ ਕਦੇ ਉਦਾਸ ਨਹੀਂ ਹੋਵੇਗਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਬਿਗਸੈ ਮਨ ਹੋਵੈ ਪ੍ਰਗਾਸਾ। ਜਦੋਂ ਬ੍ਰਹਮ ਗਿਆਨ ਮਿਲਿਆ ਤੇ ਮਨ ਪ੍ਰਸੰਨ ਹੋ ਕੇ ਖਿੜ ਗਿਆ। ਬਾਹਰ ਨਾ ਗਰਭ ਹੈ ਪਰਨਾ, ਦੁਬਾਰਾ ਫਿਰ ਗਰਭ ਵਿੱਚ ਨਹੀਂ ਆਉਣਾ ਪਵੇਗਾ, ਦੁਬਾਰਾ ਜਨਮ ਦੇ ਵਿੱਚ ਨਹੀਂ ਆਉਣਾ ਪਵੇਗਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਸੰਸਾਰ ਵਿੱਚੋਂ ਮੁਕਤ ਕੌਣ ਹੁੰਦਾ? ਮੁਕਤੀ ਕਿਹਨੂੰ ਮਿਲਦੀ ਹੈ? ਕਹਿਣ ਨੂੰ ਤੇ ਸਾਰੇ ਕਹਿੰਦੇ ਫਲਾਣਾ ਮੁਕਤ ਹੋ ਗਿਆ, ਪਰ ਅਸਲ ਵਿੱਚ ਹੁੰਦਾ ਕੌਣ ਹੈ? ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਉੱਤਰ ਦਿੱਤਾ, ਕਹਿਣ ਲੱਗੇ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਸੰਸਾਰ ਨੂੰ ਬ੍ਰਹਮ ਗਿਆਨੀ ਨੇ ਤਰਿਆ, ਬ੍ਰਹਮ ਗਿਆਨੀ ਮੁਕਤ ਹੋਇਆ। ਤੇ ਫਿਰ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਬ੍ਰਹਮ ਗਿਆਨ ਹੁੰਦਾ ਕਿਵੇਂ ਹੈ? ਕਦੋਂ ਹੁੰਦਾ? ਕਿਵੇਂ ਹੋਵੇਗਾ? ਉਹ ਤੇ ਬੜਾ ਸਮਾਂ ਲੱਗ ਜਾਂਦਾ। ਬ੍ਰਹਮ ਗਿਆਨੀ ਤੇ ਹੈ ਕੋਈ ਵਿਰਲਾ ਸੰਸਾਰ ਦੇ ਵਿੱਚ, ਆਪ ਜੀ ਕਿਰਪਾ ਕਰੋ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜਾ ਸਿੱਖ ਨਾਮ ਜਪਦਾ ਨਾ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਵਜਰ ਕੁਰੈਤਾਂ ਤੋਂ ਬਚਿਆ ਹੋਇਆ, ਤੇ ਉਸ ਨੂੰ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਬ੍ਰਹਮ ਗਿਆਨ ਦੇ ਕੇ ਤੇ ਫਿਰ ਸੰਸਾਰ ਵਿੱਚੋਂ ਲੈ ਕੇ ਜਾਂਦੇ। ਬ੍ਰਹਮ ਗਿਆਨ ਦੀ ਦਾਤ ਦਿੰਦੇ ਨੇ, ਭਾਵੇਂ 1 ਮਿੰਟ ਵਾਸਤੇ ਹੀ ਦੇ ਦੇਣ, ਭਾਵੇਂ ਉਸ ਪਲ ਦੇਣ ਜਿਸ ਪਲ ਸਰੀਰ ਛੱਡਣਾ ਹੈ, ਦਿੰਦੇ ਨੇ, ਦੇ ਕੇ ਮੁਕਤ ਕਰਕੇ ਲੈ ਜਾਂਦੇ। ਪਰ ਇਸ ਗੱਲ ਦਾ ਪਤਾ ਨਹੀਂ ਲੱਗਿਆ ਸੰਸਾਰ ਦੇ ਲੋਕਾਂ ਨੂੰ, ਕੇਵਲ ਉਸ ਨੂੰ ਪਤਾ ਜਿਹੜਾ ਸੰਸਾਰ ਤੋਂ ਮੁਕਤ ਹੋ ਕੇ ਤੁਰਿਆ ਜਾਂਦਾ। ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ, ਭਾਈ ਉਹ ਫਿਰ ਬ੍ਰਹਮ ਗਿਆਨੀ ਮਹਾਂਪੁਰਖ ਨਿਤਨੇਮ ਦੇ ਜਿਹੜੇ ਪੱਕੇ ਨੇ ਗੁਰੂ ਕੇ ਸਿੱਖ, ਬੱਜਰ ਕੁਰੈਤ ਤੋਂ ਜਿਹੜੇ ਬਚੇ ਹੋਏ ਗੁਰੂ ਕੇ ਸਿੱਖ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੇ ਕੇ ਤੇ ਫਿਰ ਸੰਸਾਰ ਤੋਂ ਲੈ ਕੇ ਜਾਂਦੇ ਨੇ। ਤੇ ਜਿਹਨੂੰ ਮੁਕਤੀ ਦੇ ਦਿੱਤੀ ਫਿਰ ਦੁਬਾਰਾ ਗਰਭ ਦੇ ਵਿੱਚ ਨਹੀਂ ਆਵੇਗਾ, ਦੁਬਾਰਾ ਜਨਮ ਦੇ ਵਿੱਚ ਉਹ ਨਹੀਂ ਆਉਂਦਾ ਹੈ। ਸਫਲ ਮੂਰਤ ਪਰਸੋ ਸੰਤਨ ਕੀ, ਇਹ ਹੈ ਧਿਆਨਾ ਧਰਨਾ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਾਧੂਆਂ ਦੀ ਮੂਰਤੀ ਹੈ ਨਾ, ਸਰੂਪ ਸਾਧੂਆਂ ਦਾ ਸਫਲਾ ਹੈ ਭਾਈ। ਸਾਧੂ ਦੇ ਦਰਸ਼ਨ ਕਰਕੇ ਵੀ ਨਿਹਾਲ ਹੋ ਜਾਈਦਾ। ਬਚਨ ਆਪਾਂ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ, ਸਾਧ ਕੈ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਦੇ ਦਰਸ਼ਨ ਵੀ ਸਫਲੇ ਨੇ। ਆਪਾਂ ਸੰਸਾਰੀ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਹੋ ਫਲਾਣਾ ਵਿਅਕਤੀ ਤੇ ਇੰਨਾ ਮਾੜਾ, ਉਹਦੇ ਤੇ ਮੱਥੇ ਲੱਗ ਜਾਈਏ ਤੇ ਦਿਨ ਸਾਰਾ ਖਰਾਬ ਹੋ ਜਾਂਦਾ। ਦੁਨੀਆ ਦੇ ਲੋਕਾਂ ਦਾ ਦਰਸ਼ਨ ਇਹੋ ਜਿਹਾ ਵੀ ਮੱਥੇ ਲਾ ਕੇ ਦੁਨੀਆ ਕਹਿੰਦੀ ਦਿਨ ਖਰਾਬ ਹੋ ਗਿਆ। ਸਾਧੂ ਦਾ ਦਰਸ਼ਨ ਇਹੋ ਜਿਹਾ ਦੁਨੀਆ ਦਰਸ਼ਨ ਕਰਕੇ ਸਫਲੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਪਿਆਰਿਆ ਬਚਨ ਇਹ ਹੈ, ਸਫਲ ਮੂਰਤ ਪਰਸੋ ਸੰਤਨ ਕੀ। ਸੰਤਾਂ ਦੀ ਮੂਰਤੀ ਸਫਲੀ ਹੈ ਜਦੋਂ ਉਹਨਾਂ ਦੇ ਚਰਨਾਂ ਨੂੰ ਮੈਂ ਪਰਸਦਾ ਹਾਂ, ਚਰਨਾਂ ਨੂੰ ਛੂੰਹਦਾ ਹਾਂ, ਉਹਨਾਂ ਦੀ ਸੇਵਾ ਕਰਦਾ ਹਾਂ। ਤੇ ਪਾਤਸ਼ਾਹ ਕਹਿਣ ਲੱਗੇ ਇਹ ਹੈ ਧਿਆਨਾ ਧਰਨਾ, ਇਹ ਮੈਂ ਧਿਆਨ ਧਾਰਿਆ ਹੋਇਆ ਉਹਨਾਂ ਦੇ ਚਰਨਾਂ ਦਾ ਸਫਲਾ ਹੋਣ ਵਾਸਤੇ। ਭਇਓ ਕਿਰਪਾਲ ਠਾਕੁਰ ਨਾਨਕ ਕੋ, ਪਰਿਓ ਸਾਧ ਕੀ ਸਰਨਾ। ਵੇਲੇ ਠਾਕੁਰ ਪਰਮਾਤਮਾ ਕਿਰਪਾਲੂ ਹੁੰਦਾ ਤੇ ਉਸ ਵੇਲੇ ਸਾਧੂਆਂ ਦੀ ਸੰਗਤ ਬਖਸ਼ਿਸ਼ ਕਰਦਾ। ਇਹ ਜੇ ਸੰਗਤ ਵਿੱਚ ਆ ਕੇ ਤੁਸੀਂ ਬੈਠੇ ਹੋ, ਸੰਗਤ ਐਵੇਂ ਨਹੀਂ ਮਿਲਦੀ ਹੈ। ਇਹ ਸੰਗਤ ਉਦੋਂ ਮਿਲਦੀ ਹੈ ਜਦੋਂ ਗੁਰੂ ਕਿਰਪਾਲੂ ਹੁੰਦਾ, ਮਿਹਰ ਕਰਦਾ, ਬਖਸ਼ਿਸ਼ ਕਰਦਾ, ਜਿਹਦੇ ਤੇ ਤਰਸ ਕਰਦਾ ਹੈ ਉਹਨੂੰ ਆਪਣੀ ਸੰਗਤ ਵਿੱਚ ਲੈ ਕੇ ਆਉਂਦਾ, ਕਿਉਂਕਿ ਉਹਨੂੰ ਤਾਰਨਾ ਜੂ ਹੋਇਆ ਸੰਸਾਰ ਵਿੱਚੋਂ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਭਇਓ ਕਿਰਪਾਲ ਠਾਕੁਰ ਨਾਨਕ ਕੋ, ਪਰਿਓ ਸਾਧ ਕੀ ਸਰਨਾ। ਸਾਧ ਸੰਗਤ ਦੀ ਸ਼ਰਨ ਵਿੱਚ ਉਹ ਆ ਕੇ ਪਿਆ ਜਿਹਦੇ ਉੱਪਰ ਉਹ ਠਾਕੁਰ ਪਰਮਾਤਮਾ ਕਿਰਪਾਲੂ ਹੋਇਆ ਹੈ। ਦੇਵ ਗੰਧਾਰੀ ਪੰਜਵਾ ਆਪਣੇ ਹਰ ਪੈ ਬਿਨਤੀ ਕਈਐ। ਆਪਣੇ ਗੁਰੂ ਦੇ ਕੋਲ ਜਾਂ ਪਰਮੇਸ਼ਰ ਦੇ ਕੋਲ ਬੇਨਤੀ ਕਰ। ਬੇਨਤੀ ਤੇ ਅਸੀਂ ਕਰਦੇ ਹਾਂ, ਅਰਦਾਸ ਤੇ ਅਸੀਂ ਕਰਦੇ ਹਾਂ, ਜੋਦੜੀ ਤੇ ਕਰਦੇ ਹਾਂ, ਪਰ ਕਰਦੇ ਕਿਵੇਂ ਆ? ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਬੇਨਤੀ ਤੇ ਕੀਤੀ ਹੈ ਪਰ ਕੀਤੀ ਇਸ ਤਰੀਕੇ ਦੇ ਨਾਲ ਵੀ ਰੱਬਾ ਤੂੰ ਹੈ ਬਗਾਨਾ, ਮੇਰੇ ਪਦਾਰਥ ਮੇਰੇ ਨੇ, ਮੈਂ ਤੇਰੇ ਕੋਲੋਂ ਪਦਾਰਥ ਮੰਗਣ ਆਇਆ, ਤੈਨੂੰ ਨਹੀਂ ਮੰਗਣ ਆਇਆ। ਤੇ ਜਦੋਂ ਪਦਾਰਥ ਮੰਗਿਆ ਫਿਰ ਪਦਾਰਥ ਮਿਲੇਗਾ, ਪਰਮਾਤਮਾ ਥੋੜ੍ਹੀ ਮਿਲੇਗਾ ਜਿਹਨੂੰ ਮੰਗਿਆ ਹੀ ਨਹੀਂ। ਜਦੋਂ ਅਸੀਂ ਆਪਣੇ ਵਿਆਹ ਸ਼ਾਦੀ ਦੇ ਵਿੱਚ ਕਿਸੇ ਨੂੰ ਸੱਦਾ ਦਿੱਤਾ ਹੀ ਨਹੀਂ ਤੇ ਬਿਨਾਂ ਸੱਦਾ ਦਿੱਤੇ ਤੋਂ ਥੋੜਾ ਕੋਈ ਸਾਡੇ ਘਰ ਵਿੱਚ ਆਉਂਦਾ, ਉਹਨੂੰ ਸੱਦਾ ਦੇਣਾ ਪੈਂਦਾ, ਕਹਿਣਾ ਪੈਂਦਾ ਤਾਂ ਆਉਂਦਾ। ਦੁਨੀਆ ਦਾ ਇੱਕ ਆਮ ਇਨਸਾਨ ਜਿਹੜਾ ਹੈ ਉਹ ਵੀ ਸੱਦਾ ਦਿੱਤੇ ਤੋਂ ਬਿਨਾਂ ਸਾਡੇ ਘਰ ਨਹੀਂ ਆਉਂਦਾ। ਤੇ ਪਰਮੇਸ਼ਰ ਤੂੰ ਚਾਹੁੰਦਾ ਵੀ ਬਿਨਾਂ ਕਹਿਣ ਤੋਂ ਆ ਜਾਵੇ। ਗੁਰੂ ਦੇ ਕੋਲ ਅਰਦਾਸ ਤੇ ਕੀਤੀ ਹੈ, ਅਰਦਾਸ ਕਰਕੇ ਆਖਿਆ ਮੈਨੂੰ ਇਹ ਮਿਲੇ, ਮੈਨੂੰ ਇਹ ਮਿਲੇ, ਮੈਨੂੰ ਇਹ ਮਿਲੇ, ਪਰ ਇਹ ਨਹੀਂ ਆਖਿਆ ਵੀ ਰੱਬਾ ਤੂੰ ਮਿਲੇ। ਕਿਉਂਕਿ ਦੁਨੀਆ ਦੇ ਪਦਾਰਥ ਅਸੀਂ ਆਪਣੇ ਬਣਾ ਲਏ, ਪਦਾਰਥ ਦੇਣ ਵਾਲੇ ਨੂੰ ਬਗਾਨਾ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਰੱਬ ਨੂੰ ਬਗਾਨਾ ਕੀਤਾ ਹੋਇਆ, ਦੂਜਾ ਸਮਝਿਆ ਹੋਇਆ, ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਪਦਾਰਥ ਮੰਗੇ ਨੇ ਪਰ ਪਦਾਰਥ ਦੇਣ ਵਾਲਾ ਨਹੀਂ ਮੰਗਿਆ। ਸਭ ਕੁਛ ਆਪਣਾ, ਬਾਕੀ तमाम ਚੀਜ਼ਾਂ ਮੇਰੀਆਂ ਨੇ, ਪਰ ਇੱਕ ਰਾਮ ਪਰਾਇਆ। ਰੱਬ ਮੇਰਾ ਨਹੀਂ ਹੈ ਤੇ ਬਗਾਨਾ ਕਿਸੇ ਦਾ ਹੈ, ਮੇਰਾ ਨਹੀਂ ਹੈ। ਤੇ ਜੇ ਇਹ ਗੱਲ ਕੀਤੀ ਹੈ ਪ੍ਰਾਪਤੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਆਪਣੇ ਹਰ ਪੈ ਬਿਨਤੀ ਕਹੀ ਹੈ। ਪਹਿਲਾਂ ਗੁਰੂ ਨੂੰ, ਪਰਮੇਸ਼ਰ ਨੂੰ ਇਹ ਜਾਣ ਵੀ ਉਹ ਮੇਰਾ ਆਪਣਾ ਹੈ, ਆਪਣਾ ਸਮਝ ਕੇ ਫਿਰ ਉਹਦੇ ਅੱਗੇ ਬੇਨਤੀ ਕਰ ਵੀ ਦਾਤਿਆ ਤੇਰੇ ਬਿਨਾ ਮੇਰਾ ਕੋਈ ਨਹੀਂ ਹੈ। ਮੈਂ ਪਦਾਰਥ ਮੰਗਣ ਨਹੀਂ, ਮੈਂ ਤੈਨੂੰ ਮੰਗਣ ਆਇਆ। ਮੈਂ ਪਦਾਰਥ ਲੈਣ ਨਹੀਂ, ਮੈਂ ਤੈਨੂੰ ਲੈਣ ਆਇਆ। ਜਿਨ੍ਹਾਂ ਨੇ ਪਦਾਰਥ ਮੰਗੇ ਉਹ ਦੁਨੀਆ ਵਿੱਚ ਡੁੱਬ ਗਏ, ਜਿਨ੍ਹਾਂ ਨੇ ਪਦਾਰਥ ਦੇਣ ਵਾਲੇ ਨੂੰ ਮੰਗਿਆ ਉਹ ਸੰਸਾਰ ਵਿੱਚੋਂ ਤਰ ਗਏ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣਾ ਸਮਝ ਕੇ ਬੇਨਤੀ ਕੀਤੀ ਹੈ। ਚਾਰ ਪਦਾਰਥ ਆਨੰਦ ਮੰਗਲ ਨਿਧ, ਸੋਖ ਸਹਿਜ ਸਿਧ ਲਹੀਆ। ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਅਰ ਕਾਮ ਤੇ ਮੋਖ। ਇਹ ਚਾਰ ਪਦਾਰਥ ਦਾ ਬਚਨ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ। ਇਹਦਾ ਭਾਵ ਇਹ ਨਹੀਂ ਸਮਝ ਲੈਣਾ ਵੀ ਚਾਰ ਵਸਤੂਆਂ ਮਹਾਰਾਜ ਦੇ ਦੇਣਗੇ।
ਵੀ ਇੱਕ ਇਹ ਲੈ ਲਾ, ਇੱਕ ਇਹ ਲੈ ਲਾ, ਇੱਕ ਇਹ ਲੈ ਜਾ ਤੇ ਇੱਕ ਇਹ ਲੈ ਜਾ, ਚੱਲ ਵੀ ਤੇਰੀਆਂ 4 ਹੋ ਗਈਆਂ, ਤੂੰ ਜਾ। 4 ਪਦਾਰਥ ਤੋਂ ਭਾਵ ਹੁੰਦਾ ਹੈ, ਪਹਿਲਾ ਪਦਾਰਥ ਹੈ ਧਰਮ। ਨਾਮ ਜਪੇਂਗਾ ਧਰਮੀ ਬਣ ਜਾਏਗਾ, ਧਰਮ ਦੀ ਪ੍ਰਾਪਤੀ ਹੋਵੇਗੀ, ਧਰਮ ਬਿਨਾ ਮੁਕਤ ਨਹੀਂ ਹੋਇਆ ਜਾਣਾ। ਨਾਮ ਜਪੇਂਗਾ ਪਹਿਲਾ ਪਦਾਰਥ ਕੀ ਹੈ, ਧਰਮ ਮਿਲ ਜਾਵੇਗਾ, ਧਰਮੀ ਬਣ ਜਾਵੇਗਾ, ਗੁਰੂ ਕਾ ਸਿੱਖ ਬਣ ਜਾਏਗਾ ਤੇ ਤੈਨੂੰ ਉਸ ਧਰਮ ਤੋਂ ਡਲਾ ਕੋਈ ਨਹੀਂ ਸਕੇਗਾ। ਭਾਵੇਂ ਕੋਈ ਤਿੱਖਾ ਆਰਾ ਕਰਕੇ ਲੈ ਆਵੇ, ਭਾਵੇਂ ਕੋਈ ਤਿੱਖੀ ਰੰਬੀ ਕਰਕੇ ਲੈ ਆਵੇ ਖੋਪੜੀ ਲਾਉਣ ਵਾਸਤੇ, ਭਾਵੇਂ ਕੋਈ ਟੋਕਾ ਲੈ ਆਵੇ ਬੰਦ ਕੱਟਣ ਵਾਸਤੇ, ਜਿਹਨੇ ਨਾਮ ਜਪਿਆ ਉਹਨੂੰ ਧਰਮ ਮਿਲਿਆ। ਜਿਹਨੂੰ ਧਰਮ ਮਿਲਿਆ ਫਿਰ ਉਹ ਧਰਮ ਨੂੰ ਛੱਡਦਾ ਨਹੀਂ ਹੈ। ਪਹਿਲਾ ਪਦਾਰਥ ਹੈ ਨਾਮ ਜਪ ਕੇ ਧਰਮ ਮਿਲਦਾ ਹੈ। ਦੂਜਾ ਪਦਾਰਥ ਹੈ ਨਾਮ ਜਪ ਕੇ ਅਰਥ ਮਿਲਦਾ। ਅਰਥ ਤੋਂ ਭਾਵ ਹੁੰਦਾ ਜੋ ਤੇਰੀਆਂ ਲੋੜਾਂ ਨੇ, ਜੋ ਤੈਨੂੰ ਲੋੜ ਮੁਤਾਬਕ ਚਾਹੀਦਾ ਹੈ ਦੁਨੀਆ ਦੇ ਵਿੱਚ ਪਦਾਰਥ, ਉਹ ਵੀ ਤੈਨੂੰ ਮਿਲ ਜਾਏਗਾ ਨਾਮ ਜਪ ਕੇ। ਧਰਮ, ਅਰਥ, ਲੋੜੀ ਦੇ ਸਾਰੇ ਪਦਾਰਥ। ਤੇ ਕਾਮ ਤੋਂ ਭਾਵ ਹੁੰਦਾ ਕਾਮਨਾ, ਜਿਹੜੇ ਤੇਰੇ ਮਨ ਦੇ ਵਿੱਚ ਵਿਸ਼ੇਸ਼ ਚੀਜ਼ ਹੈ ਵੀ ਮੈਨੂੰ ਆਹ ਤੇ ਮਿਲਣੀ ਹੀ ਚਾਹੀਦੀ ਹੈ, ਕਾਮਨਾ ਰੱਖ ਕੇ ਤੁਰਿਆ। ਜਿਵੇਂ ਭਗਤ ਧਰੂ ਜੀ ਆਪਣੇ ਘਰੋਂ ਚੱਲੇ ਸਨ, ਕਾਹਦੇ ਵਾਸਤੇ? ਕਾਮਨਾ ਇਹ ਰੱਖ ਕੇ ਤੁਰੇ ਸੀ ਵੀ ਮੈਂ ਆਪਣੇ ਪਿਤਾ ਦੇ ਤਖਤ ਤੇ ਬੈਠਣਾ ਹੈ। ਇਹ ਸੀ ਕਾਮਨਾ ਵਿਸ਼ੇਸ਼ ਉਹਨਾਂ ਦੀ, ਜਿਹੜੀ ਵਿਸ਼ੇਸ਼ ਕਰਕੇ ਮੁੱਖ ਰੱਖੀ ਜਾਵੇ ਵੀ ਆਹ ਵਸਤੂ ਮੈਨੂੰ ਮਿਲਣੀ ਚਾਹੀਦੀ ਹੈ, ਨਾਮ ਜਪ ਕੇ ਉਹ ਮਿਲੇਗੀ। ਤੇ ਅਗਲਾ ਬਚਨ ਮਹਾਰਾਜ ਨੇ ਲਿਖਿਆ ਮੋਖ। ਮੋਖ ਨਾਮ ਹੈ ਮੋਕਸ਼ ਦਾ, ਮੁਕਤੀ ਦਾ। ਕੱਲੇ ਪਦਾਰਥ ਹੀ ਨਹੀਂ ਮਿਲਣਗੇ, ਨਾਮ ਜਪੇਗਾ ਮੋਕਸ਼ ਵੀ ਮਿਲ ਜਾਏਗਾ, ਮੁਕਤੀ ਵੀ ਮਿਲ ਜਾਏਗੀ। ਇਹ ਨੇ 4 ਪਦਾਰਥ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 4 ਪਦਾਰਥ ਆਨੰਦ ਮੰਗਲ ਨਿਧ। ਉਹ ਜਿਹੜਾ ਪਰਮਾਤਮਾ ਹੈ ਨਾ, ਮੰਗਲ ਕਰਨ ਵਾਲਾ, ਆਨੰਦ ਦੇਣ ਵਾਲਾ, 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਉਹਦੇ ਕੋਲ ਨੇ। ਤੇ ਪਾਤਸ਼ਾਹ ਕਹਿਣ ਲੱਗੇ ਸਹਿਜੇ ਸਹਿਜੇ ਉਹ ਪਰਮਾਤਮਾ ਉਹਨਾਂ ਗੁਰਮੁਖਾਂ ਨੂੰ ਲਈਏ ਪ੍ਰਾਪਤ ਹੋ ਜਾਂਦਾ ਹੈ। ਰਹਾਉ ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਆ। ਪਰਮਾਤਮਾ ਦੇ ਜੇ ਚਰਨਾਂ 'ਚ ਲੱਗਣਾ ਤੇ ਸਾਰਿਆਂ ਤੋਂ ਪਹਿਲਾ ਬਚਨ ਇਹ ਆ ਵੀ ਮਾਨ ਤਿਆਗ। ਮਾਨ ਕੀਏ? ਹੰਕਾਰ ਛੱਡ। ਜਿੰਨਾ ਚਿਰ ਹੰਕਾਰ ਨਹੀਂ ਛੱਡਦਾ ਉਹਨਾਂ ਚਿਰ ਚਰਨੀ ਨਹੀਂ ਹੋ ਲੱਗਿਆ ਜਾਣਾ, ਚਰਨਾਂ ਨਾਲ ਜੁੜਿਆ ਨਹੀਂ ਹੋ ਜਾਣਾ। ਮਾਨ ਤਿਆਗ ਕੇ, ਹੰਕਾਰ ਛੱਡ ਕੇ, ਹਰ ਚਰਨੀ ਲਾਗੋ, ਗੁਰੂ ਦੇ ਚਰਨਾਂ ਦੇ ਨਾਲ ਲੱਗ। ਤਿਸ ਪ੍ਰਭ ਅੰਚਲ ਗਹੀ ਹੈ, ਗੁਰੂ ਰੂਪੀ ਜੋ ਪਰਮੇਸ਼ਰ ਹੈ, ਜੋ ਪਰਮੇਸ਼ਰ ਰੂਪ ਜੋ ਗੁਰੂ ਹੈ, ਉਹਦੇ ਪੱਲੇ ਨੂੰ ਫੜੇਗਾ ਤਾਂ ਸੰਸਾਰ ਤੋਂ ਪਾਰ ਹੋਣਾ ਹੈ। ਆਂਚ ਨਾ ਲਾਗੈ ਅਗਨ ਸਾਗਰ ਤੇ, ਸ਼ਰਨ ਸੁਆਮੀ ਕੀ ਅਹੀਆ। ਉਹਨਾਂ ਨੇ ਸਵਾਮੀ ਦੀ ਸ਼ਰਨ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਸਵਾਮੀ ਕੀ ਕਰਦਾ ਹੈ, ਮਾਲਕ ਕੀ ਕਰਦਾ ਹੈ? ਇਹ ਜਿਹੜਾ ਸੰਸਾਰ ਹੈ ਨਾ, ਜਿਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਵਕਾਰਾਂ ਦੀ ਅੱਗ ਲੱਗੀ ਹੋਈ ਹੈ, ਇਹ ਤ੍ਰਿਸ਼ਨਾ ਤੇ ਵਕਾਰਾਂ ਦੀ ਅੱਗ ਦਾ ਸੇਕ ਨਹੀਂ ਉਹ ਲੱਗਣ ਦਿੰਦਾ। ਆਪਣੇ ਭਗਤ ਨੂੰ ਬਚਾ ਲੈਂਦਾ ਤੇ ਪ੍ਰਤੱਖ ਵੀ ਸੇਕ ਨਹੀਂ ਲੱਗਣ ਦਿੰਦਾ। ਭਾਈ ਬਿਧੀ ਚੰਦ ਦਾ ਆਪਾਂ ਇਤਿਹਾਸ ਪੜ੍ਹਦੇ ਹਨ, ਬਲ ਦੇ ਭੱਠ ਵਿੱਚ ਬੈਠਾ ਪਰ ਸੇਕ ਨਹੀਂ ਲੱਗਾ, ਉਹ ਪ੍ਰਤੱਖ ਵੀ ਸੇਕ ਨਹੀਂ ਲੱਗਣ ਦਿੰਦਾ ਅਤੇ ਤ੍ਰਿਸ਼ਨਾ ਦੀ ਅੱਗ ਦਾ ਵੀ ਸੇਕ ਨਹੀਂ ਲੱਗਣ ਦਿੰਦਾ। ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਕੱਢ ਲੈਂਦਾ ਹੈ। ਕੋਟ ਅਪਰਾਧ ਮਹਾ ਅਕਿਰਤ ਕਹਨ, ਬੌਰ ਬੌਰ ਪ੍ਰਭ ਸਹੀਆ। ਭਾਵੇਂ ਬੰਦੇ ਨੇ ਕਰੋੜਾਂ ਅਪਰਾਧ ਕੀਤੇ ਨੇ ਔਰ ਕੀਤੇ ਵੀ ਵਾਰ-ਵਾਰ ਨੇ। ਗਲਤੀ ਇੱਕ ਵਾਰੀ ਕੀਤੀ ਹੈ, ਦੂਜੀ ਵਾਰੀ ਸੁਧਾਰ ਲਈ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਵਾਰ-ਵਾਰ ਇੱਕ ਗਲਤੀ ਨੂੰ ਦੂਜੀ ਵਾਰੀ ਫਿਰ ਕਰਦਾ, ਸਾਰੀ ਉਮਰ ਹੀ ਕਰਦਾ ਰਹਿੰਦਾ। ਇੱਥੇ ਪ੍ਰਮਾਤਮਾ ਦਾ ਵਰਣਨ ਕੀਤਾ ਵੀ ਰੱਬ ਕਿਹੋ ਜਿਹਾ ਹੈ। ਮਾਂ ਬਾਪ ਬੱਚੇ ਨੂੰ ਪੈਦਾ ਕਰਦਾ, ਬੱਚੇ ਨੂੰ ਪਾਲਦਾ, ਬੱਚੇ ਨਾਲ ਪਿਆਰ ਕਰਦਾ ਹੈ, ਪਰ ਮਾਂ ਬਾਪ ਦੀ ਵੀ ਇੱਕ ਸੀਮਾ ਹੈ ਮਾਫ ਕਰਨ ਦੀ। ਇੱਕ ਵਾਰੀ ਕਰੇਗਾ, 2 ਵਾਰੀ ਕਰੇਗਾ, ਪਰ ਜੇ ਬੱਚਾ ਵਾਰ-ਵਾਰ ਗਲਤੀ ਕਰੇਗਾ ਤੇ ਕਿਸੇ ਵੇਲੇ ਮਾਂ ਬਾਪ ਵੀ ਕਹੇਗਾ ਵੀ ਇਹ ਸਾਡੇ ਕੋਲੋਂ ਦੂਰ ਹੀ ਚਲੇ ਜਾਵੇ ਤੇ ਚੰਗਾ ਹੈ, ਇਹਦੇ ਲਾਮੇ ਅਸੀਂ ਕਿੰਨੇ ਕੁ ਲਈਏ। ਜਾਂ ਅਸੀਂ ਤੇ ਖੁਦ ਕਾਨੂੰਨ ਨੂੰ ਜਾ ਕੇ ਇਹ ਗੱਲ ਕਵਾਂਗੇ ਵੀ ਇਹ ਗਲਤੀ ਕਰਦਾ, ਇਹਨੂੰ ਸਜ਼ਾ ਦਿੱਤੀ ਜਾਵੇ। ਮਾਂ ਬਾਪ ਦੀ ਉੱਥੇ ਸੀਮਾ ਖਤਮ ਹੋ ਜਾਂਦੀ ਹੈ ਕਿ ਇਹ ਬੱਚਾ ਵਾਰ-ਵਾਰ ਗਲਤੀ ਕਰਦਾ, ਪਰ ਕਹਿਣ ਲੱਗੇ ਪਰਮਾਤਮਾ ਇਹੋ ਜਿਹਾ ਹੈ, ਕਿੱਡਾ ਵੱਡਾ ਸਮਰੱਥ ਹੈ। ਕੋਟ ਅਪਰਾਧ
ਬਹੁਰ ਬਹੁਰ ਵਾਰ-ਵਾਰ ਕਰੋੜਾਂ ਅਪਰਾਧ ਕਰਦਾ। ਤੇ ਅਕਿਰਤ ਘਣ, ਕਿਰਤ ਘਣ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁਲਾ ਦੇਵੇ। ਪਰਉਪਕਾਰ ਇੱਕ ਨੇ ਕੀਤਾ ਭੁਲਾ ਦਿੱਤਾ, ਦੂਜੇ ਨੇ ਕੀਤਾ ਭੁਲਾ ਦਿੱਤਾ, ਤੀਜੇ ਨੇ ਕੀਤਾ ਭੁਲਾ ਦਿੱਤਾ, ਸਾਰੀ ਦੁਨੀਆ ਕਰਦੀ ਪਈ ਹੈ, ਭੁਲਾਈ ਜਾਂਦਾ, ਮੈਂ ਨਹੀਂ ਜਾਣਦਾ ਕਿਸੇ ਨੂੰ। ਪਾਤਸ਼ਾਹ ਕਹਿਣ ਲੱਗੇ ਇੰਨੇ ਔਗਣ ਹੁੰਦਿਆਂ ਕਰੋੜਾਂ ਪਾਪ ਕਰਦਾ ਹੈ, ਕਰੋੜਾਂ ਅਕਿਰਤ ਘਣ ਬਣਦਾ ਹੈ, ਪਰਮਾਤਮਾ ਵੇਖਦਾ ਜ਼ਰੂਰ ਹੈ, ਪਰ ਫਿਰ ਵੀ ਸਹਿੰਦਾ ਪਿਆ ਵੀ ਚਲੋ ਕੋਈ ਗੱਲ ਨਹੀਂ, ਫਿਰ ਵੀ ਉਹ ਸਹੀ ਜਾਂਦਾ ਹੈ। ਕਿੱਡਾ ਵੱਡਾ ਸਮਰੱਥ ਹੈ। ਮਾਂ ਬਾਪ ਦੀ ਇੱਕ ਸੀਮਾ ਵੀ ਇੰਨੀਆਂ ਗਲਤੀਆਂ ਕੀਤੀਆਂ, ਹੁਣ ਅਸੀਂ ਸਹਿ ਨਹੀਂ ਸਕਦੇ, ਘਰੋਂ ਬਾਹਰ ਚਲੇ ਜਾ, ਪਰ ਪਰਮਾਤਮਾ ਕਿੱਡਾ ਵੱਡਾ, ਵਾਰ-ਵਾਰ ਸਹਿੰਦਾ। ਇੱਕ ਦੇ ਪਾਪ ਨਹੀਂ, ਇੱਕ ਦੇ ਕਿਰਤ ਘਣਤਾ ਨਹੀਂ, ਕਰੋੜਾਂ ਜੀਵਾਂ ਦੇ ਪਾਪ, ਕਰੋੜਾਂ ਜੀਵਾਂ ਦੀ ਅਕਿਰਤ ਘਣਤਾ ਨੂੰ ਉਹ ਸਹਿ ਜਾਂਦਾ ਹੈ, ਮਾਫ ਕਰ ਦਿੰਦਾ ਹੈ। ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤੇ ਸਰਨਹੀਆ। ਪਰਮਾਤਮਾ ਕਰੁਣਾ ਦਾ ਸਰੂਪ, ਕਰੁਣਾ ਕਹੀਏ ਕਿਰਪਾ ਦਾ ਸਰੂਪ ਹੈ, ਜਿਨ੍ਹਾਂ ਦੇ ਉਹਦੀ ਸ਼ਰਨ ਨੂੰ ਪ੍ਰਾਪਤ ਕੀਤਾ ਹੈ। ਸ਼ਰਨ ਹੀ ਹੈ, ਸ਼ਰਨ ਹੀ ਹੈ ਨਾਮ ਹੈ ਹਿਰਦੇ ਦਾ। ਜਿਨ੍ਹਾਂ ਨੇ ਹਿਰਦੇ ਵਿੱਚ ਉਹਦੀ ਸ਼ਰਨ ਲਈ ਹੈ ਉਹਨਾਂ ਨੂੰ ਮਾਫ ਕਰ ਦਿੰਦਾ ਹੈ। ਐਸਾ ਉਹ ਪ੍ਰਮਾਤਮਾ ਹੈ। ਦੇਵ ਗੰਧਾਰੀ ਪੰਜਵਾ, ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ। ਦੇ ਹਿਰਦੇ ਵਿੱਚ ਗੁਰੂ ਦੇ ਚਰਨ ਪ੍ਰਵੇਸ਼ ਕਰ ਜਾਂਦੇ, ਸਮਾ ਜਾਂਦੇ ਹਨ। ਰੋਗ ਸੋਗ ਸਭ ਦੁਖ ਬਿਨਾਸੇ, ਉਤਰੇ ਸਗਲ ਕਲੇਸ਼ਾ। ਰੋਗ ਵੀ ਖਤਮ ਹੋ ਗਏ, ਉਹਨਾਂ ਦੇ ਸੋਗ ਕਹੀਏ ਦੁੱਖ ਵੀ ਖਤਮ ਹੋ ਗਏ, ਉਹਨਾਂ ਦੀਆਂ ਚਿੰਤਾਵਾਂ ਵੀ ਗੁਰੂ ਖਤਮ ਕਰ ਦਿੰਦਾ ਹੈ, ਅਤੇ ਉਹਨਾਂ ਦੇ ਸਾਰੇ ਕਲੇਸ਼ ਵੀ ਉਹ ਖਤਮ ਕਰ ਦਿੰਦਾ ਹੈ। ਰਹਾਉ ਜਨਮ ਜਨਮ ਕੇ ਕਿਲ ਵਿਖਨਾਸੇ, ਕੋਟ ਮੰਜਨ ਇਸ਼ਨਾਨਾ। ਗੁਰੂ ਪਾਤਸ਼ਾਹ ਕਹਿਣ ਲੱਗੇ ਕਰੋੜਾਂ ਤੀਰਥਾਂ ਦੇ ਕੀਤੇ ਹੋਏ ਇਸ਼ਨਾਨ, ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ, ਗੁਰੂ ਦੇ ਦਰਸ਼ਨ ਕਰਕੇ, ਗੁਰੂ ਦਾ ਨਾਮ ਜਪ ਕੇ ਇਹ ਸਾਰੇ ਪ੍ਰਾਪਤ ਹੋ ਜਾਂਦੇ। ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਘਰੇ ਬੈਠਿਆਂ ਹੀ ਮਿਲ ਗਿਆ ਨਾਮ ਜਪਣ ਵਾਲਿਆਂ ਨੂੰ, ਤੇ ਕਰੋੜਾਂ ਕੀਤੇ ਹੋਏ ਪਾਪ ਉਹਨਾਂ ਦੇ ਘਰੇ ਬੈਠਿਆਂ ਹੀ ਮਾਫ ਹੋ ਗਏ। ਐਸਾ ਉਸ ਦਾ ਨਾਮ ਹੈ। ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਜ ਧਿਆਨਾ। ਜਿਨ੍ਹਾਂ ਨੇ ਉਹਦੇ ਨਾਮ ਨੂੰ ਗਾਇਆ ਹੈ, ਜਿਨ੍ਹਾਂ ਦਾ ਧਿਆਨ ਜੁੜਿਆ ਹੈ, ਸਹਿਜੇ ਹੀ ਉਹਨਾਂ ਦਾ ਧਿਆਨ ਉਹਦੇ ਵਿੱਚ ਲੱਗ ਜਾਂਦਾ ਹੈ। ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋਂ ਨਿਰਾਰੇ। ਉਹਨਾਂ ਨੂੰ ਆਪਣਾ ਦਾਸ ਬਣਾ ਲੈਂਦਾ, ਉਹਨਾਂ ਨੂੰ ਬੰਧਨ ਤੋੜ ਕੇ, ਸੰਸਾਰ ਦੀਆਂ ਬੰਦਸ਼ਾਂ ਤੋੜ ਕੇ, ਨਰਾਰੇ ਕਹੀਏ ਵੱਖਰੇ ਕਰ ਦਿੰਦਾ ਹੈ। ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ। ਨਾਮ ਨੂੰ ਜਪ ਜਪ ਕੇ ਅਸੀਂ ਜਿਉਂਦੇ ਹਾਂ, ਤੇਰੇ ਤੋਂ ਬਲਿਹਾਰ ਜਾਂਦੇ ਹਾਂ। ਤੂੰ ਐਸਾ ਸਮਰੱਥ ਪ੍ਰਮਾਤਮਾ ਹੈ। ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾ, ਮਾਈ ਪ੍ਰਭ ਕੇ ਚਰਨ ਨਿਹਾਰੋ। ਪੂਰਾ ਨੇ ਬਚਨ ਲਿਖਿਆ ਛੱਕੇ ਤਿੰਨ, 6 ਸ਼ਬਦ ਜਦੋਂ ਇੱਕ ਥਾਂ ਤੇ ਇਕੱਠੇ ਹੋ ਜਾਣ ਉਹ ਇੱਕ ਛੱਕਾ ਬਣ ਜਾਂਦਾ। 2 ਸ਼ਬਦ ਇਕੱਠੇ ਹੋ ਗਏ, 2 ਛੱਕੇ ਹੋ ਗਏ। ਇੱਥੇ 6 ਸ਼ਬਦਾਂ ਦੇ 3 ਜਿਹੜੇ ਨੇ ਪਦ ਇਕੱਠੇ ਹੋਏ ਨੇ, ਭਾਵ ਕਿ 18 ਸ਼ਬਦ ਪੂਰੇ ਹੋ ਗਏ ਨੇ, ਤੇ ਤਾਂ ਮਹਾਰਾਜ ਨੇ ਲਿਖਿਆ ਛੱਕਾ 3। ਦੇਵ ਗੰਧਾਰੀ ਰਾਗ ਦਾ ਬਚਨ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ, ਮਾਈ ਪ੍ਰਭ ਕੇ ਚਰਨ ਨਿਹਾਰੋ। हे ਭਾਈ, ਉਹ ਜੋ ਪਰਮਾਤਮਾ ਹੈ ਨਾ, ਬੜਾ ਵੱਡਾ ਸਮਰੱਥ ਹੈ। ਜਿਸ ਵੀ ਗੁਰਮੁਖ ਨੇ ਉਹਦੇ ਚਰਨਾਂ ਦੇ ਦਰਸ਼ਨ ਕਰ ਲਏ ਹਨ। ਕਰੋ ਅਨੁਗ੍ਰਹ ਸੁਆਮੀ ਮੋਰੇ, ਮਨ ਤੇ ਕਬੂ ਨ ਡਾਰੋ। ਮੇਰੇ ਤੇ ਅਨੁਗ੍ਰਹ ਕਰੋ, ਕਿਰਪਾ ਕਰੋ, ਮੈਨੂੰ ਕਦੇ ਵੀ ਆਪਣੇ ਮਨ ਤੋਂ ਨਾ ਭੁਲਾਓ, ਅਤੇ ਮੇਰੇ ਤੇ ਇਹ ਕਿਰਪਾ ਕਰੋ ਵੀ ਮੈਂ ਕਦੇ ਤੁਹਾਨੂੰ ਆਪਣੇ ਮਨ ਤੋਂ ਨਾ ਭੁਲਾਵਾਂ। ਜੇ ਸਾਡੇ ਮਨ ਵਿੱਚ ਉਹਦੀ ਯਾਦ ਆਉਂਦੀ ਹੈ ਤੇ ਇਹ ਵੀ ਉਹਦੀ ਕਿਰਪਾ ਨਾਲ ਹੀ ਆਉਂਦੀ ਹੈ, ਤਾਂ ਸਾਨੂੰ ਉਹ ਚੇਤੇ ਆਉਂਦਾ। ਤੇ ਜਿਹਨੂੰ ਅਸੀਂ, ਜੇ ਰੱਬ ਨੂੰ ਅਸੀਂ ਯਾਦ ਕਰਦੇ ਤੇ ਸਾਨੂੰ ਉਹ ਚੇਤੇ ਕਰਦਾ ਹੈ। ਜੇ ਅਸੀਂ ਉਹਦੇ ਨਾਲ ਪਿਆਰ ਕਰਦੇ ਤੇ ਉਹ ਸਾਡੇ ਨਾਲ ਪਿਆਰ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਐਸਾ ਉਹ ਸਮਰੱਥ ਹੈ। ਰਾਉ ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਵਿਕ ਜਾਰੋ। ਉਹਨਾਂ ਨੇ ਸਾਧੂਆਂ ਦੇ ਚਰਨਾਂ ਦੀ ਧੂੜ ਆਪਣੇ ਮੁਖ ਨੂੰ ਲਾਈ ਹੈ, ਮੱਥੇ ਨੂੰ ਲਾਈ ਹੈ, ਉਹਨਾਂ ਦੇ ਵਿਕਾਰ ਸਾਰੇ ਝੜ ਜਾਂਦੇ, ਨਾਸ ਹੋ ਜਾਂਦੇ ਹਨ। ਸਭ ਤੇ ਨੀਚ ਆਤਮ ਕਰਮਾਨੋ, ਮਨ ਮੈਂ ਇਹੋ ਸੁਖ ਧਾਰੋ। ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਕਰਕੇ ਮੰਨ। ਜਦੋਂ ਆਪਣੇ ਆਪ ਨੂੰ ਨੀਵਾਂ ਸਮਝੇਗਾ ਤਾਂ ਤੈਨੂੰ ਸੁਖ ਮਿਲਣਾ ਹੈ। ਜਿੰਨਾ ਚਿਰ ਸਮਝਦਾ ਰਿਹਾ ਨਾ ਮੈਂ ਉੱਚਾ ਆ,
ਤੇ ਦੂਜੇ ਦੇ ਵੱਲ ਵੇਖਿਆ ਵੀ ਉਹ ਤੇ ਮੇਰੇ ਤੋਂ ਉੱਚਾ ਹੈ, ਫਿਰ ਉਹਦੇ ਤੋਂ ਉੱਚਾ ਬਣਨ ਦਾ ਯਤਨ ਕਰਦਾ। ਜਦੋਂ ਉਹਦੇ ਤੋਂ ਉੱਚਾ ਹੋ ਗਿਆ ਫਿਰ ਵੇਖਦਾ ਵੀ ਫਲਾਣਾ ਤੇ ਹਾਲੇ ਮੇਰੇ ਤੋਂ ਉੱਚਾ ਹੈ, ਫਿਰ ਉਹਦੇ ਤੋਂ ਬਣਨ ਦਾ ਉੱਚਾ ਯਤਨ ਕਰਦਾ। ਦੁਖੀ ਹੁੰਦਾ ਹੈ। ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ, ਨਿਮਰਤਾ ਲੈ ਕੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਲਿਖੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਐਸੀ ਨਿਮਰਤਾ ਉਹਨਾਂ ਨੇ ਆਪਣੇ ਬਚਨਾਂ ਵਿੱਚ ਵਿਖਾਈ ਹੈ। ਐਸੇ ਸਤਿਗੁਰਾਂ ਦੇ ਆਪਾਂ ਦਿਹਾੜੇ ਜਿਹੜੇ ਨੇ ਉਹ ਸਰਵਣ ਕਰ ਰਹੇ ਹਾਂ ਕਿ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਦਿਨਾਂ ਵਿੱਚ ਜਿਹੜੇ ਅੱਜ ਸਾਨੂੰ ਪ੍ਰਾਪਤ ਹੋ ਰਹੇ ਨੇ, ਆਨੰਦਪੁਰ ਸਾਹਿਬ ਤੋਂ ਆਪਣਾ ਘਰ ਛੱਡ ਕੇ ਮਹਾਰਾਜ ਸਰਸਾ ਨਦੀ ਤੇ ਪਹੁੰਚੇ ਸਨ। ਭਾਈ ਉਦੈ ਸਿੰਘ ਵਰਗੇ ਜਿਹੜੇ ਸਨ ਸੂਰਮੇ, ਉਹ ਜੰਗ ਕਰਦਿਆਂ ਸ਼ਹੀਦੀ ਪਾ ਗਏ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸਨ ਸਰਸਾ ਨਦੀ ਤੇ ਕੰਢੇ ਆਉਂਦਿਆਂ ਕਿ ਭਾਈ ਦਇਆ ਸਿੰਘ ਜੀ, ਹੁਣ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਸੀ। ਆਸਾ ਦੀ ਵਾਰ ਦਾ ਕੀਰਤਨ ਆਨੰਦਪੁਰ ਸਾਹਿਬ ਬੈਠ ਕੇ ਸੁਣਦੇ ਸੀ, ਹੁਣ ਉਹ ਸਮਾਂ ਹੋ ਗਿਆ, ਅਸੀਂ ਕੀਰਤਨ ਸਰਵਣ ਕਰਾਂਗੇ। ਭਾਈ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਮਹਾਰਾਜ ਦੁਸ਼ਮਣ ਫੌਜ ਚੜ੍ਹ ਕੇ ਤੁਰੀ ਆਉਂਦੀ ਹੈ, ਆਪਾਂ ਨੂੰ ਸਰਸਾ ਪਾਰ ਕਰਨੀ ਚਾਹੀਦੀ ਹੈ, ਅੱਗੇ ਸਮਾਂ ਮਿਲੇਗਾ ਤੇ ਕੀਰਤਨ ਸਰਵਣ ਕਰਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੇ ਵੇਲਾ ਵਕਤ ਵਿਚਾਰੀਆ ਕਿਤ ਵੇਲਾ ਭਗਤ ਹੋਏ। ਵੇਲਾ ਸਮਾਂ ਉਡੀਕਾਂਗੇ ਨਾ, ਸਮਾਂ ਆਵੇਗਾ ਤੇ ਬੰਦਗੀ ਕਰਾਂਗੇ, ਸਮਾਂ ਨਹੀਂ ਆਉਣਾ, ਬੰਦਗੀ ਰਹਿ ਜਾਣੀ ਹੈ। ਰੱਬ ਦੇ ਨਾਮ ਨੂੰ ਭੁੱਲ ਕੇ ਜੇ ਜ਼ਿੰਦਗੀ ਮਿਲਦੀ ਹੈ ਤੇ ਉਹਦੇ ਨਾਲੋਂ ਤੇ ਮੌਤ ਚੰਗੀ ਹੈ। ਨਾਮ ਨੂੰ ਭੁੱਲ ਕੇ, ਬੰਦਗੀ ਨੂੰ ਭੁੱਲ ਕੇ ਜ਼ਿੰਦਗੀ ਮਿਲੇ ਤੇ ਉਹ ਜ਼ਿੰਦਗੀ ਚੰਗੀ ਨਹੀਂ, ਪਰ ਨਾਮ ਨੂੰ ਜਪਦਿਆਂ ਹੋਇਆਂ ਜੇ ਮੌਤ ਮਿਲ ਜਾਵੇ ਤੇ ਉਹ ਜ਼ਿੰਦਗੀ ਨਾਲੋਂ ਚੰਗੀ ਹੈ। ਇਸ ਕਰਕੇ ਅਸੀਂ ਨਾਮ ਨੂੰ, ਬੰਦਗੀ ਨੂੰ, ਅੰਮ੍ਰਿਤ ਵੇਲੇ ਨੂੰ ਵਿਸਾਰ ਨਹੀਂ ਸਕਦੇ, ਕੀਰਤਨ ਜ਼ਰੂਰ ਹੋਵੇਗਾ। ਇਹ ਬਚਨ ਸੁਣ ਕੇ ਭਾਈ ਉਦੈ ਸਿੰਘ ਅਤੇ ਭਾਈ ਜੈਤਾ ਜੀ, ਜਿਨ੍ਹਾਂ ਨੂੰ ਬਾਬਾ ਜੀਵਨ ਸਿੰਘ ਕਿਹਾ ਜਾਂਦਾ ਹੈ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕੀਰਤਨ ਸਰਵਣ ਕਰੋ, ਅਸੀਂ ਆਉਂਦੀ ਹੋਈ ਦੁਸ਼ਮਣ ਦੀ ਫੌਜ ਨੂੰ ਰੋਕਦੇ ਹਾਂ। ਤੇ ਕੁਝ ਸੂਰਮੇ ਨਾਲ ਲੈ ਕੇ ਇਹਨਾਂ ਨੇ ਜੰਗ ਸ਼ੁਰੂ ਕੀਤਾ। ਮਹਾਰਾਜ ਗੁਰਬਾਣੀ ਪੜ੍ਹਦੇ ਰਹੇ, ਕੀਰਤਨ ਕਰਦੇ ਸੁਣਦੇ ਰਹੇ ਅਤੇ ਫਿਰ ਆਸਾ ਦੀ ਵਾਰ ਦਾ ਭੋਗ ਪਿਆ। ਭਾਈ ਉਦੈ ਸਿੰਘ ਜੀ, ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ, ਭਾਈ ਬਚਿੱਤਰ ਸਿੰਘ ਦੇ ਭਰਾ ਸਨ, ਉਹ ਜੰਗ ਦੇ ਵਿੱਚ ਸ਼ਹੀਦੀ ਪਾ ਗਏ। ਕੇਸਰੀ ਚੰਦ ਉਹ ਰਾਜਾ ਸੀ ਜਿਹੜਾ ਹਾਥੀ ਲੈ ਕੇ ਆਇਆ ਸੀ ਮਹਾਰਾਜ ਦਾ ਕਿਲ੍ਹਾ ਤੋੜਨ ਵਾਸਤੇ, ਤੇ ਸਤਿਗੁਰਾਂ ਨੇ 2 ਸੂਰਮੇ ਭੇਜੇ ਸਨ। ਭਾਈ ਬਚਿੱਤਰ ਸਿੰਘ ਨੂੰ ਆਖਿਆ ਸੀ ਵੀ ਹਾਥੀ ਦੇ ਸਿਰ ਦੇ ਵਿੱਚ ਨਾਗਨੀ ਮਾਰਨੀ ਹੈ, ਤੇ ਭਾਈ ਉਦੈ ਸਿੰਘ ਨੂੰ ਆਖਿਆ ਵੀ ਜਿਹੜਾ ਰਾਜਾ ਹਾਥੀ ਲੈ ਕੇ ਆਇਆ ਉਹਦਾ ਸਿਰ ਲਾ ਕੇ ਲੈ ਕੇ ਆਉਣਾ। ਤੇ ਦੋਵਾਂ ਸੂਰਮਿਆਂ ਨੇ ਦੋਵੇਂ ਕੰਮ ਹੀ ਕੀਤੇ। ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਉਹ ਨਾਗਨੀ ਮਾਰੀ ਤੇ ਭਾਈ ਉਦੈ ਸਿੰਘ ਨੇ ਉਸ ਰਾਜੇ ਦਾ ਸਿਰ ਵੱਢਿਆ। ਤੇ ਦੋਨੇ ਬਰਸ਼ੇ ਮਹਾਰਾਜ ਨੇ ਬਖਸ਼ੇ ਸਨ ਦੋਨਾਂ ਸਿੱਖਾਂ ਨੂੰ। ਅੱਜ ਤੁਸੀਂ ਤਖਤ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਜਾਂਦੇ ਹੋ, ਉਹ ਦੋਨੇ ਸ਼ਸਤਰ ਮਹਾਰਾਜ ਜੀਆਂ ਦੇ ਉੱਥੇ ਤਖਤ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਬਿਰਾਜਮਾਨ ਨੇ, ਜਿਨ੍ਹਾਂ ਦੇ ਨਾਲ ਉਹ ਰਾਜੇ ਦਾ ਸਿਰ ਵੱਢਿਆ ਤੇ ਹਾਥੀ ਨੂੰ ਮੋੜਿਆ ਸੀ। ਭਾਈ ਉਦੈ ਸਿੰਘ ਜੰਗ ਦੇ ਵਿੱਚ ਸ਼ਹੀਦ ਹੋ ਗਏ। ਭਾਈ ਜੈਤਾ ਜੀ ਜਿਹੜੇ 9ਵੇਂ ਪਾਤਸ਼ਾਹ ਜੀਆਂ ਦਾ ਸੀਸ ਚੁੱਕ ਕੇ ਲੈ ਕੇ ਆਏ ਸਨ ਦਿੱਲੀ ਦੀ ਧਰਤੀ ਤੋਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹਨਾਂ ਦੀ ਇਹ ਸੇਵਾ ਵੇਖ ਕੇ ਆਪਣੇ ਗਲ ਦੇ ਨਾਲ ਲਾ ਕੇ ਆਖਿਆ ਸੀ, ਹੇ ਰੰਗ ਰੇਟੇ ਗੁਰ ਕੇ ਬੇਟੇ ਰਹੋ ਪੰਥ ਕੇ ਸੰਗ ਸਮੇਟੇ। ਇਹ ਬਚਨ 10ਵੇਂ ਪਾਤਸ਼ਾਹ ਨੇ ਆਖੇ ਸਨ। ਉਹ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣ ਗਏ, ਤੇ ਉਹਨਾਂ ਨੇ ਵੀ ਜੰਗ ਦੇ ਵਿੱਚ ਪੂਰਾ ਸਾਥ ਦੇ ਕੇ ਕਈ ਮੁਗਲਾਂ ਨੂੰ, ਕਈ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਆਪ ਆਪਣਾ ਸਰੀਰ ਤਿਆਗ ਗਏ। ਸਤਿਗੁਰਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਪਾਰ ਕਰਦਿਆਂ ਹੋਇਆਂ ਕਿਤੇ ਮੀਂਹ ਪੈਂਦਾ ਪਿਆ, ਇੱਕ ਬੜੀ ਭਗਦੜ ਮਚੀ ਹੋਈ ਹੈ। ਸਰਸਾ ਨਦੀ ਦਾ ਪਾਣੀ ਚੜ੍ਹਿਆ ਹੋਇਆ ਤੇ ਜਿੱਧਰ ਨੂੰ ਕਿਸੇ ਨੂੰ ਰਸਤਾ ਮਿਲਿਆ ਪਾਰ ਹੋਣ ਵਾਸਤੇ, ਉਹ ਪਾਰ ਹੋ ਗਿਆ। ਅਤੇ ਉਹਦੇ ਨਾਲ ਬਹੁਤ ਕੀਮਤੀ ਗ੍ਰੰਥ ਜਿਹੜੇ ਸਨ, ਮਹਾਰਾਜ ਦੇ ਕੋਲ ਕਈ ਕਵੀ ਰਹਿੰਦੇ ਸਨ। ਮਹਾਰਾਜ ਆਪ ਵੀ ਕਵੀ ਸਨ 10ਵੇਂ ਪਾਤਸ਼ਾਹ, ਤੇ ਸਤਿਗੁਰਾਂ ਨੇ ਕਈ ਗ੍ਰੰਥ ਲਿਖਵਾਏ ਸਨ, ਗਿਆਨ ਦੇ ਭੰਡਾਰ, ਗਿਆਨ ਦੇ ਸਰੋਤ, ਤੇ ਉਹ ਸਾਰੇ ਪਾਣੀ ਵਿੱਚ ਰੁੜ ਗਏ, ਕਿਉਂਕਿ ਉਸ ਵੇਲੇ ਇੰਨਾ ਇੰਤਜ਼ਾਮ ਨਹੀਂ ਹੋ ਸਕਿਆ, ਇੰਨਾ ਪ੍ਰਬੰਧ ਨਹੀਂ ਹੋ ਸਕਿਆ ਵੀ ਉਹਨਾਂ ਗ੍ਰੰਥਾਂ ਨੂੰ ਕਿਸੇ ਤਰੀਕੇ ਨਾਲ ਸਾਂਭ ਕੇ ਕੱਢਿਆ ਜਾਵੇ। ਉਹ ਜਿਹੜੇ ਗ੍ਰੰਥ ਸਨ ਕੀਮਤੀ, ਉਸ ਜਗ੍ਹਾ ਤੇ ਪਾਣੀ ਦੇ ਵਿੱਚ ਵਹਿ ਗਏ। ਇੱਕ ਸਰੂਪ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਧੀਰਮਲ ਨੂੰ ਦੇ ਦਿੱਤਾ ਸੀ। ਸੰਗਤਾਂ ਨੇ, ਸਿੱਖਾਂ ਨੇ ਵਿਰੋਧ ਕੀਤਾ ਸੀ, ਮਹਾਰਾਜ ਸਰੂਪ ਨਾ ਦਿਓ,
ਇਹ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਹੈ ਭਾਈ ਗੁਰਦਾਸ ਜੀਆਂ ਤੋਂ, ਤੁਸੀਂ ਗੁਰੂ ਤੁਹਾਨੂੰ ਆਪਣੇ ਕੋਲ ਰੱਖਣਾ ਚਾਹੀਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾਣਦੇ ਸਨ ਵੀ ਸਮਾਂ ਅੱਗੇ ਬੜਾ ਭਿਆਨਕ ਆਉਣ ਵਾਲਾ ਹੈ। ਉਹ ਸਰੂਪ ਮਹਾਰਾਜ ਕਹਿੰਦੇ ਅਸੀਂ ਨਾਲ ਨਹੀਂ ਲੈ ਕੇ ਜਾਣਾ, ਧੀਰਮਲ ਨੂੰ ਹੀ ਦੇਵਾਂਗੇ। ਧੀਰਮਲ ਨੂੰ ਸਰੂਪ ਪਹੁੰਚਾਇਆ। ਅੱਜ ਵੀ ਤੁਸੀਂ ਉਸ ਸਰੂਪ ਦੇ ਦਰਸ਼ਨ ਜਿਹੜੇ ਨੇ ਕਰਤਾਰਪੁਰ ਸਾਹਿਬ ਕਰ ਸਕਦੇ ਹੋ। ਪਰ ਬਾਕੀ ਜਿਹੜੇ ਗ੍ਰੰਥ ਦਸਵੇਂ ਪਾਤਸ਼ਾਹ ਮਹਾਰਾਜ ਨੇ ਕਵੀਆਂ ਦੇ ਕੋਲੋਂ ਜਾਂ ਆਪ ਲਿਖਵਾਏ ਸਨ, ਉਹ ਪਾਣੀ ਦੀ ਭੇਟ ਚੜ੍ਹ ਗਏ। 9 ਮਣ ਉਹਨਾਂ ਦਾ ਭਾਰ ਵਿਦਵਾਨਾਂ ਨੇ ਲਿਖਿਆ ਵੀ ਇੰਨਾ ਕਾਗਜ਼ ਜਾਂ ਇੰਨੇ ਉਹ ਗ੍ਰੰਥ ਸਨ ਕਿ ਉਹਨਾਂ ਦਾ ਭਾਰ 9 ਮਣ ਸੀ ਉਸ ਵੇਲੇ। ਪਰਿਵਾਰ ਵੀ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਦੇ ਨਾਲ, ਅਤੇ ਉਹ ਜਿਹੜਾ ਬ੍ਰਾਹਮਣ ਸੀ ਗੰਗੂ, ਉਹਦੇ ਨਾਲ ਸਰਸਾ ਨੂੰ ਪਾਰ ਕਰ ਗਏ। ਜਦੋਂ ਪਾਰ ਕਰਕੇ ਵੇਖਿਆ ਬਾਕੀ ਪਰਿਵਾਰ ਤੇ ਖਿੰਡ ਗਿਆ। ਰਾਤ ਦਾ ਹਨੇਰਾ ਹੈ, ਪਤਾ ਕੋਈ ਨਹੀਂ ਲੱਗਦਾ, ਰੌਲਾ ਬੜਾ ਪੈਂਦਾ ਪਿਆ। ਤੇ ਫਿਰ ਗੰਗੂ ਨੇ ਬੇਨਤੀ ਕੀਤੀ, ਮਾਤਾ ਜੀ ਮੇਰੇ ਘਰੇ ਚੱਲੋ, ਮੈਂ ਸੇਵਾ ਕਰਾਂਗਾ। ਕਿਉਂਕਿ ਇਹ ਗੁਰੂ ਘਰ ਦੇ ਵਿੱਚ ਰਹਿੰਦਾ ਸੀ ਔਰ ਰਸੋਈ ਦਾ ਕੰਮ ਇਹ ਕਰਦਾ ਸੀ, ਪ੍ਰਸ਼ਾਦਾ ਬਣਾ ਕੇ ਤੇ ਸਾਹਿਬਜ਼ਾਦਿਆਂ ਨੂੰ ਛਕਾਉਂਦਾ ਸੀ। ਮੈਨੂੰ ਇੰਨਾ ਸਮਾਂ ਹੋ ਗਿਆ ਤੁਹਾਡੇ ਘਰ ਦਾ ਲੂਣ ਨਮਕ ਖਾਂਦਿਆਂ, ਅੱਜ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਦਿੱਤਾ ਜਾਵੇ। ਇਸ ਤਰ੍ਹਾਂ ਕਹਿ ਕੇ ਮਾਤਾ ਗੁਜਰੀ ਜੀਆਂ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਤੁਰਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਦਸਵੇਂ ਪਾਤਸ਼ਾਹ ਦੇ ਕੋਲ ਬੈਠ ਕੇ, ਜਿਨ੍ਹਾਂ ਦੇ ਬੰਦ ਕੱਟੇ ਗਏ ਸਨ, ਉਹ ਵੀ ਪਰਿਵਾਰ ਦੇ ਨਾਲ ਨੇ, ਬੜੇ ਸਤਿਕਾਰਯੋਗ ਨੇ। ਅਤੇ ਉਹਨਾਂ ਨੇ ਮਾਤਾ ਸਾਹਿਬ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀਆਂ ਨੂੰ ਆਪਣੇ ਨਾਲ ਲੈ ਕੇ ਸਰਸਾ ਨਦੀ ਨੂੰ ਪਾਰ ਕਰਵਾਇਆ। ਜਦੋਂ ਸਰਸਾ ਤੋਂ ਪਾਰ ਹੋ ਗਏ, ਉਸ ਵੇਲੇ ਭਾਈ ਮਨੀ ਸਿੰਘ ਜੀ ਇਹਨਾਂ ਨੂੰ ਲੈ ਕੇ ਦਿੱਲੀ ਨੂੰ ਚੱਲ ਪਏ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਿੱਖ ਸੰਗਤਾਂ ਦੇ ਪਰਿਵਾਰ ਸਨ ਅਤੇ ਉੱਥੇ ਰਹਿਣ ਦੀ ਇਹਨਾਂ ਨੇ ਵਿਚਾਰ ਬਣਾ ਕੇ ਤੇ ਉਧਰ ਨੂੰ ਚਲੇ ਗਏ। ਦਸਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਸਰਸਾ ਨੂੰ ਪਾਰ ਕਰਕੇ ਇੱਕ ਪਾਸੇ ਨੂੰ ਹੋ ਗਏ। ਕੁਝ ਜਿਹੜੇ ਜ਼ਖਮੀ ਸਿੱਖ ਸਨ ਮਹਾਰਾਜ ਜੀਆਂ ਦੇ ਫਟੜ ਹੋਏ ਪਾਣੀ ਵਿੱਚ ਰੁੜ ਗਏ, ਕਿਉਂਕਿ ਪਾਣੀ ਦੇ ਵਿੱਚ ਇਕੱਲਾ ਪਾਣੀ ਨਹੀਂ ਹੈ, ਬੜੀ ਗਾਰ, ਮਿੱਟੀ, ਰੋੜੇ, ਪੱਥਰ ਜਿਹੜੇ ਸਨ ਪਹਾੜਾਂ ਤੋਂ ਰੁੜ ਕੇ ਆਉਂਦੇ ਸਨ, ਅਤੇ ਕੁਝ ਵੱਡੇ ਰੁੱਖ ਸਮੇਤ, ਜੜ੍ਹਾਂ ਦੇ ਟਾਹਣਿਆਂ ਦੇ ਸਮੇਤ ਪਾਣੀ ਵਿੱਚ ਰੁੜ ਕੇ ਆਉਂਦੇ। ਬੜੀ ਤੇਜ਼ ਪਾਣੀ ਚੱਲਦਾ, ਸਾਰੇ ਦੇ ਸਾਰੇ ਪਾਰ ਨਹੀਂ ਹੋ ਸਕੇ, ਕਈ ਉਸ ਪਾਣੀ ਵਿੱਚ ਰੁੜ ਗਏ ਅਤੇ ਉਹ ਸੰਸਾਰ ਤੋਂ ਕੂਚ ਕਰ ਗਏ, ਭਾਵ ਕਿ ਸ਼ਹੀਦੀ ਪਾ ਗਏ। ਜਦੋਂ ਸਤਿਗੁਰੂ ਜੀ ਪਾਰ ਹੋਏ ਤੇ ਕੇਵਲ ਗਿਣਤੀ ਦੇ ਸਿੱਖ ਮਹਾਰਾਜ ਦੇ ਨਾਲ ਸਨ। 40 ਕੁ ਸਿੰਘਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਵੀ ਇੰਨੇ ਕੁ ਸਿੱਖ ਮਹਾਰਾਜ ਦੇ ਨਾਲ ਸਨ। ਠੰਡਾ ਪਾਣੀ ਹੈ, ਠੰਡੀ ਰਾਤ ਹੈ, ਜਦੋਂ ਮਹਾਰਾਜ ਜੀਆਂ ਨੇ ਉਸ ਨਦੀ ਨੂੰ ਪਾਰ ਕੀਤਾ। ਪਾਰ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਨੂੰ ਚੱਲੇ। ਹਾਲੇ ਥੋੜ੍ਹਾ ਹੀ ਸਫ਼ਰ ਤੈਅ ਕੀਤਾ ਸੀ ਤੇ ਅੱਗੋਂ ਇੱਕ ਜਸੂਸ ਮਿਲ ਗਿਆ, ਜਿਹੜਾ ਚੱਲ ਕੇ ਆਉਂਦਾ ਪਿਆ ਸੁਨੇਹਾ ਦੇਣ ਵਾਸਤੇ। ਹੁਣ ਮਹਾਰਾਜ ਦੇ ਜਿਹੜੇ ਸਿਪਾਹੀ ਸਨ, ਜੰਗੀ ਸਿਪਾਹੀ ਨੇ, ਉਹਨਾਂ ਨੇ ਉਹਦੇ ਹਿਸਾਬ ਕਿਤਾਬ ਤੋਂ ਪਤਾ ਲਾ ਲਿਆ ਵੀ ਇਹ ਜਸੂਸ ਹੈ,